Hi dear students, myself Ashwini Kumar, vocational trainer at Government Girls Senior Secondary School Machibada Sahib. Today's presentation is on communication cycle and importance of feedback. ਬੇਟਾ ਗੱਲ ਕਰਦੇ ਹਾਂ ਇਸ ਪ੍ਰੈਜੈਂਟੇਸ਼ਨ ਦੀ। ਇਸ ਪ੍ਰੈਜੈਂਟੇਸ਼ਨ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਡੇਲੀ ਹਰ ਇੱਕ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਉਹਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਵਾ, ਕਿਵੇਂ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਹਰ ਇੱਕ ਨਾਲ ਗੱਲਬਾਤ ਕਰ ਸਕਦੇ ਹਾਂ। ਇਸ ਪ੍ਰੈਜੈਂਟੇਸ਼ਨ ਦਾ ਮੁੱਖ ਉਦੇਸ਼ ਇਹ ਹੈ ਕਿ ਜਿਹੜੇ ਇਸ ਸੈਸ਼ਨ ਦੇ ਨਾਲ ਜੁੜੇ ਨੇ ਜਾਂ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ, ਜਿਨ੍ਹਾਂ ਨੇ ਇਸ ਸੈਸ਼ਨ ਵਿੱਚ ਹਿੱਸਾ ਲਿਆ ਹੈ, ਉਹ ਪ੍ਰਭਾਵਸ਼ਾਲੀ ਸੰਚਾਰ ਦੀਆਂ ਮਹੱਤਵਪੂਰਨ ਭੂਮਿਕਾਵਾਂ ਬਾਰੇ ਵਧੇਰੇ ਜਾਗਰੂਕ ਹੋਣਗੇ ਅਤੇ ਕੰਮਕਾਜ ਵਾਲੀ ਜਗ੍ਹਾ, ਸਕੂਲ ਜਾਂ ਸਮਾਜਿਕ ਜਗ੍ਹਾ ਤੇ ਆਪਣੀ ਗੱਲਬਾਤ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਰੱਖ ਸਕਦੇ। ਸਪੈਸੀਫਿਕ ਆਬਜੈਕਟਿਵ, ਖਾਸ ਉਦੇਸ਼। ਪ੍ਰੈਜੈਂਟੇਸ਼ਨ ਦੇ ਅੰਤ ਵਿੱਚ ਜੋ ਇਸ ਵਿੱਚ ਹਿੱਸਾ ਲੈ ਰਹੇ ਹਨ ਜਾਂ ਇਸ ਨੂੰ ਸੁਣ ਰਹੇ ਹਨ, ਉਹ ਇਸ ਦੇ ਯੋਗ ਹੋਣੇ ਚਾਹੀਦੇ ਹਨ, ਜਿਵੇਂ ਕਿ ਆਪਣੇ ਸਕੂਲ ਵਿੱਚ ਜਾਂ ਕੰਮਕਾਜ ਵਾਲੀ ਜਗ੍ਹਾ ਸੰਚਾਰ ਨੂੰ ਬਿਹਤਰ ਬਣਾਉਣ ਲਈ ਘੱਟੋ ਘੱਟ 3 ਰਣਨੀਤੀਆਂ ਦੀ ਵਰਤੋਂ ਕਰੋ। ਸੰਚਾਰ ਮੈਟ੍ਰਿਕਸ ਦਾ ਵਿਕਾਸ, ਸੰਚਾਰ ਕਰਦੇ ਸਮੇਂ ਵਧੇਰੇ ਸਹਿਨਸ਼ੀਲਤਾ ਅਤੇ ਸਬਰ। ਸੋ ਬੇਟਾ ਅਸੀਂ ਗੱਲ ਕਰ ਰਹੇ ਹਾਂ ਕਮਿਊਨੀਕੇਸ਼ਨ ਮਤਲਬ ਸੰਚਾਰ ਅਸੀਂ ਡੇਲੀ ਦੇ ਵਰਤੋਂ ਦੇ ਵਿੱਚ ਭਲੇ ਹੁੰਦੇ ਹਾਂ। ਅਸੀਂ ਹਰ ਇੱਕ ਨਾਲ ਗੱਲ ਕਰਦੇ ਹਾਂ, ਸਕੂਲ ਕਾਲਜ ਵਿੱਚ ਕੰਮਕਾਜ ਵਾਲੀ ਜਗ੍ਹਾ ਤੇ ਜਦੋਂ ਅਸੀਂ ਆਪਣੇ ਕਿਸੇ ਪਾਰਟਨਰ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨੂੰ ਹੀ ਸੰਚਾਰ ਕਹਿੰਦੇ ਹਾਂ। ਲੇਕਿਨ ਸੰਚਾਰ ਵਿੱਚ ਫੀਡਬੈਕ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਇਹ ਪ੍ਰਤੀਪੁਸ਼ਟੀ ਮਿਲਦੀ ਹੈ ਕਿ ਸਾਡੇ ਵੱਲੋਂ ਕਹੀ ਹੋਈ ਗੱਲ ਅਗਲੇ ਬੰਦੇ ਨੂੰ ਸਮਝ ਆਈ ਹੈ ਜਾਂ ਉਹ ਸਾਡੀ ਗੱਲ ਨਾਲ ਐਗਰੀ ਹੈ ਜਾਂ ਨਹੀਂ। ਫੋਰ ਐਗਜ਼ਾਮਪਲ ਤੁਸੀਂ ਕਿਸੇ ਸ਼ੌਪ ਤੋਂ ਹੀ ਲੈ ਲਓ, ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਵਾ, ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਡੀਲ ਨਹੀਂ ਕਰਦੇ ਤੇ ਬੈਡ ਇੰਪ੍ਰੈਸ਼ਨ ਪੈਂਦਾ ਵਾ। ਸੋ ਇਸੇ ਲਈ ਹੀ ਸੰਚਾਰ ਵਿੱਚ ਫੀਡਬੈਕ ਬਹੁਤ ਹੀ ਜ਼ਰੂਰੀ ਹੈ ਤੇ ਇਸ ਨੂੰ ਸਿੱਖਿਆ ਵੀ ਜਾ ਸਕਦਾ ਹੈ, ਇੱਕ ਹੁਨਰ ਹੈ। ਸੰਚਾਰ ਦਾ ਮਤਲਬ ਜਾਣਕਾਰੀ ਹੈ। ਜਾਣਕਾਰੀ ਜਾਂ ਫਿਰ ਸੂਚਨਾ ਨੂੰ ਇੱਕ ਇਕਾਈ ਤੋਂ ਦੂਜੀ ਵਿੱਚ ਸਫਲਤਾਪੂਰਵਕ ਤਬਦੀਲ ਕਰਨਾ ਜਾਂ ਬਦਲਣਾ। ਆਪਣੇ ਵਿਚਾਰਾਂ, ਸੁਨੇਹੇ ਜਾਂ ਸੂਚਨਾਵਾਂ ਨੂੰ ਲਿਖ ਕੇ ਜਾਂ ਬੋਲ ਕੇ ਜਾਂ ਇਸ਼ਾਰਿਆਂ ਦੇ ਨਾਲ ਪ੍ਰਗਟ ਕਰਨਾ। ਸੰਚਾਰ ਮੌਖਿਕ ਵੀ ਹੋ ਸਕਦਾ, ਗੈਰ ਮੌਖਿਕ। ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੌਖਿਕ ਜਿਵੇਂ ਅਸੀਂ ਮੂੰਹੋਂ ਬੋਲ ਕੇ ਕਿਸੇ ਨਾਲ ਗੱਲਬਾਤ ਕਰਦੇ ਹਾਂ, ਗੈਰ ਮੌਖਿਕ ਜਿਹਦੇ ਵਿੱਚ ਆਪਾਂ ਇਸ਼ਾਰਿਆਂ ਨਾਲ ਜਾਂ ਹਾਵ ਭਾਵ ਨਾਲ ਆਪਾਂ ਗੱਲਬਾਤ ਕਰਦੇ ਹਾਂ। ਇਸ ਨਾਲ ਵਧੀਆ ਇਹ ਹੋਈ ਕਿ ਇਸ ਨੂੰ ਸਿੱਖਿਆ ਜਾ ਸਕਦਾ ਹੈ। ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕਲਾ ਤੇ ਤਕਨੀਕ ਹੈ। ਸੰਚਾਰ। ਸਕੂਲਾਂ ਨੂੰ ਚਾਹੀਦਾ ਹੈ ਕਿ ਸੰਚਾਰ ਕਰਨ ਵਾਲੇ ਮੌਕਿਆਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ। ਉਹਨਾਂ ਨੂੰ ਸੰਚਾਰ ਦੀ ਜਾਗਰੂਕਤਾ ਬਣਾਉਣ ਦੇ ਲਈ ਤਰੀਕੇ ਲੱਭਦੇ ਰਹਿਣੇ ਚਾਹੀਦੇ ਹਨ। ਉਹਨਾਂ ਦੇ ਹੁਨਰਾਂ ਨੂੰ ਵਿਕਸਿਤ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ ਲਈ ਮਾਡਲ ਬਣਨ ਦੀ ਜ਼ਰੂਰਤ ਹੈ। ਪ੍ਰਭਾਵਸ਼ਾਲੀ ਸੁਣਨ ਅਤੇ ਜਵਾਬ ਦੇਣ ਦੀ ਤਕਨੀਕ ਨੂੰ ਸਿੱਖਣਾ ਚਾਹੀਦਾ ਹੈ। ਐਲੀਮੈਂਟ ਆਫ ਦੀ ਕਮਿਊਨੀਕੇਸ਼ਨ ਪ੍ਰੋਸੈਸ, ਸੰਚਾਰ ਪ੍ਰਕਿਰਿਆ ਦੇ ਤੱਤ। ਇਹ ਸੰਚਾਰ ਚੱਕਰ ਦਾ ਪੂਰਾ ਹੀ ਇਹਦੇ ਵਿੱਚ ਦੱਸਿਆ ਹੋਇਆ। ਸੈਂਟਰ ਜੋ ਸੁਨੇਹਾ ਭੇਜਦਾ ਵਾ, ਮੈਸੇਜ ਜੋ ਉਸਦੇ ਮਨ ਦੇ ਵਿੱਚ ਵਿਚਾਰ ਆਏ ਨੇ, ਚੈਨਲ ਜਾਂ ਮੀਡੀਅਮ ਜੋ ਮਾਧਿਅਮ ਹੈਗਾ ਕਿਸ ਤਰ੍ਹਾਂ ਉਹਨੇ ਆਪਣਾ ਮੈਸੇਜ ਭੇਜਣਾ ਵਾ, ਮੋਬਾਈਲ ਦੇ ਰਸਤੇ, ਈਮੇਲ ਦੇ ਰਸਤੇ ਜਾਂ ਲਿਖ ਕੇ ਜਾਂ ਬੋਲ ਕੇ। ਰਿਸੀਵਰ ਜੋ ਮੈਸੇਜ ਨੂੰ ਰਿਸੀਵ ਕਰਦਾ, ਸਿਚੁਏਸ਼ਨ ਸਥਿਤੀ, ਫੀਡਬੈਕ ਜਿਸਨੇ ਮੈਸੇਜ ਰਿਸੀਵ ਕੀਤਾ ਹੈ ਉਹ ਫਿਰ ਸੈਂਡਰ ਨੂੰ ਦੁਬਾਰਾ ਫੀਡਬੈਕ ਦਿੰਦਾ, ਪ੍ਰਤੀਪੁਸ਼ਟੀ ਕਿ ਉਸ ਦੁਆਰਾ ਗ੍ਰਹਿਣ ਕੀਤਾ ਗਿਆ ਸੁਨੇਹਾ ਉਸ ਨੂੰ ਸਮਝ ਆ ਗਿਆ ਤੇ ਉਸ ਤੋਂ ਸੰਤੁਸ਼ਟ ਹੈ। ਦੀ ਐਲੀਮੈਂਟ ਆਫ ਦੀ ਕਮਿਊਨੀਕੇਸ਼ਨ ਸਾਈਕਲ, ਸਭ ਤੋਂ ਪਹਿਲਾਂ ਬੇਟਾ ਇਹਦੇ ਵਿੱਚ ਉਹੀ ਆ ਗਿਆ ਮੈਸੇਂਜਰਸ, ਜਿਸਨੇ ਸੁਨੇਹਾ ਭੇਜਣਾ ਵਾ, ਅੱਗੇ ਮੈਸੇਜ ਜੋ ਉਸਨੇ ਭੇਜਣਾ ਵਾ, ਉਹਦੇ ਵਿੱਚ ਸਬਜੈਕਟ ਆ ਜਾਊਗਾ ਕਿ ਉਸਨੇ ਕਿਹੜੀ ਚੀਜ਼ ਆਪਣੀ ਗੱਲ ਕਰਨੀ ਹੈ, ਚੈਨਲ ਜਾਂ ਮਾਧਿਅਮ ਉਸਨੇ ਆਪਣਾ ਮੈਸੇਜ ਕਿਸ ਥਰੂ ਭੇਜਣਾ, ਮੂੰਹੋਂ ਬੋਲ ਕੇ ਜਾਂ ਹੱਥ ਨਾਲ ਲਿਖ ਕੇ ਜਾਂ ਮਾਈਕ ਤੇ ਸਪੀਚ ਦੇ ਕੇ ਜਾਂ ਈਮੇਲ ਰਸਤੇ। ਲਿਸਨਰ ਜੋ ਮੈਸੇਜ ਰਿਸੀਵ ਕਰਦਾ ਫਿਰ ਉਹਦੀ ਪ੍ਰਤੀਪੁਸ਼ਟੀ ਦਿੰਦਾ ਵਾ। ਉਸ ਤੋਂ ਬਾਅਦ ਬੇਟਾ ਗਿਆ ਫੀਡਬੈਕ ਉਹੀ ਪ੍ਰਤੀਪੁਸ਼ਟੀ ਹੈ। ਸਿਚੁਏਸ਼ਨ ਫਿਰ ਫੀਡਬੈਕ ਕਰਾ ਜਿਹੜਾ ਵਾ ਉਹਨੇ ਦੁਬਾਰਾ ਜਿਨ ਸੁਨੇਹਾ ਭੇਜਿਆ ਹੁੰਦਾ ਉਸ ਨੂੰ ਦੁਬਾਰਾ ਦੱਸਣਾ ਹੁੰਦਾ ਹੈ ਕਿ ਤੁਹਾਡੇ ਦੁਆਰਾ ਜਿਹੜਾ ਸੁਨੇਹਾ ਭੇਜਿਆ ਗਿਆ ਮੇਰੇ ਦੁਆਰਾ ਗ੍ਰਹਿਣ ਕੀਤਾ ਗਿਆ ਜਾਂ ਮੈਨੂੰ ਸਮਝ ਹੈ ਜਾਂ ਮੈਂ ਉਸ ਨਾਲ ਐਗਰੀ ਹਾਂ। ਪ੍ਰੋਫਾਈਲ ਆਫ ਦੀ ਇਫੈਕਟਿਵ ਮੈਸੇਂਜਰ, ਸੁਨੇਹਾ ਭੇਜਣ ਵਾਲੇ ਦੀ ਪ੍ਰਭਾਵਸ਼ਾਲੀ ਪ੍ਰੋਫਾਈਲ। ਉਹ ਚੰਗਾ ਬਿਆਨ ਕਰਤਾ ਜਾਂ ਬੋਲਣ ਵਾਲਾ ਹੋਣਾ ਚਾਹੀਦਾ ਹੈ, ਜਿਸ ਨੂੰ ਗਿਆਨ ਹੋਵੇ, ਵਿਸ਼ਵਾਸੀ ਹੋਵੇ, ਉਹ ਲਚਕੀਲਾ ਹੋਵੇ, ਰਚਨਾਤਮਕ ਹੋਵੇ, ਜਾਗਰੂਕ ਜਾਂ ਅਨੁਕੂਲ, ਪ੍ਰੋਟੋਕਾਲ ਸੰਵੇਦਨਸ਼ੀਲ। ਸਭ ਤੋਂ ਵੱਡੀ ਗੱਲ ਇਹੋ ਹੀ ਹੈ ਕਿ ਜਿਹੜਾ ਸੁਨੇਹਾ ਭੇਜਣ ਵਾਲਾ ਉਸਨੂੰ ਉਸ ਜੋ ਬੋਲਣਾ ਵਾ ਉਹਦੀ ਪੂਰੀ ਨੌਲੇਜ ਹੋਵੇ, ਥੋੜਾ ਸੰਵੇਦਨਸ਼ੀਲ ਹੋਵੇ, ਪੋਲਾਈਟਨੈਸ ਹੋਵੇ ਉਹਦੇ ਵਿੱਚ ਤੇ ਬੜੇ ਵਧੀਆ ਹੀ ਢੰਗ ਨਾਲ ਉਹ ਆਪਣੀ ਗੱਲ ਨੂੰ ਪੇਸ਼ ਕਰ। ਸੁਨੇਹਾ ਪ੍ਰਾਪਤ ਕਰਨ ਵਾਲੇ ਦੀ ਪ੍ਰੋਫਾਈਲ, ਜੋ ਸੁਨੇਹਾ ਪ੍ਰਾਪਤ ਕਰਦਾ ਹੈ ਸੁਨੇਹਾ ਭੇਜਣ ਵਾਲੇ ਤੋਂ
ਫਿਰ ਉਸ ਨੂੰ ਚੰਗੇ ਤਰੀਕੇ ਨਾਲ ਸਮਝਦਾ ਹੈ। ਉਸ ਵਿੱਚ ਸੁਣਨ ਦੀ, ਪੜ੍ਹਨ ਦੀ ਕਲਾ ਹੋਣੀ ਚਾਹੀਦੀ ਹੈ। ਕਈ ਵਾਰ ਸੁਨੇਹਾ ਭੇਜਣ ਵਾਲੇ ਵੀ ਸੁਨੇਹਾ ਪ੍ਰਾਪਤ ਕਰਨ ਵਾਲਾ ਬਣ ਜਾਂਦਾ ਹੈ। ਖੁੱਲੇ ਮਨ ਨਾਲ ਸੁਣੋ ਤੇ ਪੜ੍ਹੋ ਅਤੇ ਪੁਰਾਣੀ ਧਾਰਨਾਵਾਂ ਨੂੰ ਭੁੱਲ ਜਾਓ। ਧਿਆਨ ਨਾਲ ਸੂਚਨਾ ਨੂੰ ਸੁਣਨਾ ਤੇ ਪੜ੍ਹਨਾ ਤੇ ਸਤਿਕਾਰ ਦੀ ਨਿਸ਼ਾਨੀ ਹੈ। Communication process: transmitted, received, understood, agreed to, reviewed, implemented। Transmitted ਜਿਸਨੇ ਸੁਨੇਹਾ ਭੇਜਿਆ, ਕਿਸੇ ਨੇ ਰਿਸੀਵ ਕੀਤਾ, ਉਸਨੂੰ ਸਮਝਿਆ, ਫਿਰ ਉਸ ਨਾਲ ਐਗਰੀ ਹੋ ਗਿਆ, ਫਿਰ ਉਸਨੂੰ ਦੁਬਾਰਾ ਦੇਖਦਾ ਵਾ, ਫਿਰ ਇੰਪਲੀਮੈਂਟ ਕਰ ਲੈਂਦਾ ਵਾ। ਇਹ ਹੈਗਾ ਕਮਿਊਨੀਕੇਸ਼ਨ ਪ੍ਰੋਸੈਸ। ਕਮਿਊਨੀਕੇਸ਼ਨ ਸਾਈਕਲ ਅਤੇ ਫੀਡਬੈਕ ਦੀ ਮਹੱਤਤਾ ਕਿ ਫੀਡਬੈਕ ਕਿਉਂ ਜ਼ਰੂਰੀ ਹੈ ਸੰਚਾਰ ਵਿੱਚ। ਫੀਡਬੈਕ ਕਮਿਊਨੀਕੇਸ਼ਨ ਦੀ ਮਹੱਤਵਪੂਰਨ ਹਿੱਸਾ ਹੈ। ਮੈਸੇਜ ਭੇਜਣ ਵਾਲਾ ਪ੍ਰਾਪਤ ਕਰਨ ਵਾਲੇ ਨੂੰ ਮੈਸੇਜ ਭੇਜਦਾ ਹੈ। ਉਸ ਤੋਂ ਬਾਅਦ ਪ੍ਰਾਪਤ ਕਰਨ ਵਾਲਾ ਇੱਕ ਫੀਡਬੈਕ ਮੈਸੇਜ ਭੇਜਣ ਵਾਲੇ ਨੂੰ ਭੇਜਦਾ ਹੈ। ਫੀਡਬੈਕ ਚੰਗੀ ਜਾਂ ਮਾੜੀ ਵੀ ਹੋ ਸਕਦੀ ਹੈ। ਫੀਡਬੈਕ 3 ਤਰ੍ਹਾਂ ਦੀ ਹੁੰਦੀ ਹੈ: ਪੋਜ਼ਿਟਿਵ ਫੀਡਬੈਕ, ਨੈਗੇਟਿਵ ਫੀਡਬੈਕ, ਨੋ ਫੀਡਬੈਕ। ਪੋਜ਼ਿਟਿਵ ਫੀਡਬੈਕ ਬਾਰੇ ਆਪਾਂ ਤੁਹਾਨੂੰ ਦੱਸਿਆ ਜਦੋਂ ਕੰਮ ਸਮੇਂ ਤੇ ਕਰ ਲਿਆ ਜਾਵੇ ਜਾਂ ਕੰਮ ਵਧੀਆ ਹੋਵੇ, ਉਹ ਹੈਗੀ ਪੋਜ਼ਿਟਿਵ ਫੀਡਬੈਕ। ਨੈਗੇਟਿਵ ਫੀਡਬੈਕ ਜਦੋਂ ਕੰਮ ਪੂਰਾ ਨਾ ਹੋਵੇ, ਜਦੋਂ ਸੁਨੇਹਾ ਸੁਣਨ ਵਾਲਾ ਜਾਂ ਮੈਸੇਜ ਸੁਣਨ ਵਾਲਾ ਉਸ ਚੀਜ਼ ਨਾਲ ਐਗਰੀ ਨਾ ਹੋਵੇ, ਤਾਂ ਉਹ ਫੀਡਬੈਕ ਨੈਗੇਟਿਵ ਹੋ ਜਾਂਦੀ ਹੈ। ਨੋ ਫੀਡਬੈਕ ਜਦੋਂ ਕੰਮ ਕਰਨ ਦਾ ਤਰੀਕਾ ਹੀ ਨਹੀਂ ਸਹੀ ਲੱਗੇ, ਜਾਂ ਅਸੀਂ ਕਿਸੇ ਚੀਜ਼ ਨਾਲ ਡਿਸਐਗਰੀ ਹੈਗੇ ਆ, ਜਾਂ ਜਿਹੜਾ ਸੁਨੇਹਾ ਭੇਜਦਾ ਵਾ ਉਹ ਸਹੀ ਤਰੀਕੇ ਨਾਲ ਐਕਸਪ੍ਰੈਸ ਨਹੀਂ ਕਰ ਪਾਉਂਦਾ। ਫੀਡਬੈਕ ਦੀਆਂ ਬੇਟਾ 3 ਵਿਸ਼ੇਸ਼ਤਾਵਾਂ ਹੁੰਦੀਆਂ ਨੇ: ਮੋਟੀਵੇਸ਼ਨਲ, ਲਰਨਿੰਗ, ਪ੍ਰੋਫੈਸ਼ਨਲ ਤੇ ਕਮਿਊਨੀਕੇਸ਼ਨ। ਮੋਟੀਵੇਸ਼ਨਲ ਦੇ ਵਿੱਚ ਹੈਗਾ ਫੀਡਬੈਕ ਦੇ ਵਧੀਆ ਹੋਣ ਨਾਲ ਯੂਜ਼ਰ ਕੰਮ ਕਰਨ ਲਈ ਮੋਟੀਵੇਟ ਹੁੰਦਾ ਹੈ। ਲਰਨਿੰਗ, ਫੀਡਬੈਕ ਪ੍ਰਾਪਤ ਹੋਣ ਤੇ ਕੰਮ ਕਰਨ ਵਿੱਚ ਹੋਰ ਰੁਚੀ ਪੈਦਾ ਹੁੰਦੀ ਹੈ। ਪਰਫਾਰਮੈਂਸ, ਇਸ ਨਾਲ ਕੰਮ ਕਰਨ ਲਈ ਚੰਗੇ ਤਰੀਕੇ ਅਪਣਾਏ ਜਾ ਸਕਦੇ ਹਨ। ਕਮਿਊਨੀਕੇਸ਼ਨ, ਫੀਡਬੈਕ ਦੇ ਵਧੀਆ ਹੋਣ ਨਾਲ ਕਮਿਊਨੀਕੇਸ਼ਨ ਅਤੇ ਰਿਲੇਸ਼ਨ ਮਜ਼ਬੂਤ ਹੁੰਦੇ ਹਨ। ਫੀਡਬੈਕ ਬੜਾ ਜਾਣਕਾਰੀ ਦਾ ਸੰਗ੍ਰਹਿ, ਪੂਰੀ ਸੰਚਾਰ ਪ੍ਰਕਿਰਿਆ ਦੀ ਪੂਰਤੀ, ਸੰਚਾਰ ਦੇ ਪ੍ਰਭਾਵਸ਼ਾਲੀ ਮਾਪ, ਸਮੱਸਿਆਵਾਂ ਹੱਲ ਕਰਨ ਲਈ ਸਹੀ ਫੈਸਲਾ ਲੈਣਾ, ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ, ਸੁਨੇਹਾ ਪ੍ਰਾਪਤ ਕਰਨ ਵਾਲੇ ਦੀ ਪ੍ਰਕਿਰਿਆ ਨੂੰ ਪ੍ਰਾਪਤ ਕਰਨਾ, ਇਸ ਨੂੰ ਫੀਡਬੈਕ ਕਿਹਾ ਜਾਂਦਾ ਹੈ। ਫੀਡਬੈਕ ਸੰਚਾਰ ਚੱਕਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪ੍ਰਭਾਵਸ਼ਾਲੀ ਸੰਚਾਰ ਲਈ ਇਹ ਮਹੱਤਵਪੂਰਨ ਹੈ ਕਿ ਸੁਨੇਹਾ ਭੇਜਣ ਵਾਲਾ ਸੁਨੇਹਾ ਪ੍ਰਾਪਤ ਕਰਨ ਵਾਲੇ ਤੋਂ ਸੁਨੇਹੇ ਬਾਰੇ ਪ੍ਰਵਾਨਗੀ ਲੈਂਦਾ ਹੈ। ਜਦੋਂ ਸੁਨੇਹਾ ਭੇਜਣ ਵਾਲਾ ਜਾਣਕਾਰੀ ਭੇਜਦਾ ਹੈ, ਤਾਂ ਸੁਨੇਹਾ ਪ੍ਰਾਪਤ ਕਰਨ ਵਾਲਾ ਪ੍ਰਾਪਤ ਕੀਤੇ ਸੁਨੇਹੇ ਦੇ ਪ੍ਰਤੀ ਪੁਸ਼ਟੀ ਸੁਨੇਹਾ ਭੇਜਣ ਵਾਲੇ ਨੂੰ ਦਿੰਦਾ ਹੈ। ਇਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕਿਸੇ ਨਾਲ ਕੋਈ ਗੱਲ ਕਰਦੇ ਹਾਂ ਜਾਂ ਡੀਲ ਕਰਦੇ ਹਾਂ, ਤਾਂ ਅਗਲਾ ਬੰਦਾ ਸਾਨੂੰ ਉਸਦੇ ਪ੍ਰਤੀ ਕੀ ਪ੍ਰਤੀਕਿਰਿਆ ਦਿੰਦਾ ਵਾ, ਉਸਨੂੰ ਹੀ ਫੀਡਬੈਕ ਦਿੰਦੇ ਹਾਂ। ਜੇਕਰ ਤੇ ਉਹ ਸਾਡੀ ਗੱਲ ਨਾਲ ਐਗਰੀ ਹੋ ਜਾਂਦਾ ਹੈ ਤਾਂ ਸਮਝ ਲਓ ਇਹ ਪੋਜ਼ਿਟਿਵ ਫੀਡਬੈਕ ਹੈਗਾ ਕਿ ਉਹ ਸਾਡੀ ਗੱਲ ਨਾਲ ਐਗਰੀ ਹੈਗਾ। ਫੀਡਬੈਕ ਕਮਿਊਨੀਕੇਸ਼ਨ, ਫੀਡਬੈਕ ਸੰਚਾਰ ਵਿੱਚ ਜ਼ਰੂਰੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਸੁਨੇਹਾ ਪ੍ਰਾਪਤ ਕਰਨ ਵਾਲਾ ਸੰਦੇਸ਼ ਨੂੰ ਸਮਝ ਗਿਆ ਹੈ, ਜਿਸ ਪ੍ਰਕਾਰ ਸੁਨੇਹਾ ਭੇਜਣ ਵਾਲਾ ਉਸ ਨੂੰ ਸਮਝਾਉਣਾ ਚਾਹੁੰਦਾ ਹੈ, ਅਤੇ ਉਹ ਉਸ ਨਾਲ ਸਹਿਮਤ ਹੈ ਜਾਂ ਨਹੀਂ। ਇੱਥੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿੱਚ ਕੰਪਨੀ ਆਪਣੇ ਕਰਮਚਾਰੀਆਂ ਤੋਂ ਫੀਡਬੈਕ ਲੈਂਦੀ ਹੈ, ਜਿਵੇਂ ਕਰਮਚਾਰੀ ਸਰਵੇਖਣ, ਮੀਮੋ, ਈਮੇਲ, ਕੰਪਨੀਆਂ, ਨਿਊਜ਼ਲੈਟਰ ਆਦਿ। The importance of feedback ਨੈਗੇਟਿਵ ਜਾਂ ਪੋਜ਼ਿਟਿਵ ਵੀ ਹੋ ਸਕਦੀ ਹੈ। ਚੰਗੀ ਫੀਡਬੈਕ ਹਮੇਸ਼ਾ ਖਾਸ ਮਦਦਗਾਰ ਤੇ ਦਿਆਲੂ ਵਾਲੀ ਹੋਣੀ ਚਾਹੀਦੀ ਹੈ। ਫੀਡਬੈਕ ਦੀਆਂ ਕਿਸਮਾਂ, ਅਸੀਂ ਇਹਦੇ ਵਿੱਚ ਫੀਡਬੈਕ ਦੀ ਕਿਸਮਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਗਏ ਹਾਂ, ਪੋਜ਼ਿਟਿਵ ਫੀਡਬੈਕ, ਨੈਗੇਟਿਵ ਫੀਡਬੈਕ ਤੇ ਨੋ ਫੀਡਬੈਕ। ਅਸੀਂ ਥੋੜੀ ਐਗਜ਼ਾਮਪਲ ਦੇ ਨਾਲ ਤੁਹਾਨੂੰ ਸ਼ੋਅ ਕਰਾਂਗੇ। ਜਿਵੇਂ ਕਿ ਉਦਾਹਰਨ ਦੇ ਵਜੋਂ ਜਿਹੜੀ ਪੋਜ਼ਿਟਿਵ ਫੀਡਬੈਕ ਦੀ ਹੈਗੀ, ਮੈਂ ਦੇਖਿਆ ਹੈ ਕਿ ਤੂੰ ਕੰਮ ਨੂੰ ਬੜੇ ਵਧੀਆ ਢੰਗ ਨਾਲ ਖਤਮ ਕੀਤਾ ਹੈ, ਬਹੁਤ ਵਧੀਆ। ਇਹ ਹੈਗੀ ਹੈ ਪੋਜ਼ਿਟਿਵ ਫੀਡਬੈਕ। ਇੱਕ ਹੋਰ ਪੋਜ਼ਿਟਿਵ ਫੀਡਬੈਕ ਦੀ ਆਪਾਂ ਤੁਹਾਨੂੰ ਉਦਾਹਰਨ ਦਿੰਦੇ ਹਾਂ, ਮੈਂ ਤੁਹਾਡੀ ਸਰਾਹਨਾ ਕਰਦਾ ਹਾਂ ਕਿ ਤੁਸੀਂ ਮੇਰਾ ਫੋਨ ਉਠਾਇਆ, ਕਿ ਤੁਸੀਂ ਮੇਰੇ ਨਾਲ ਜਾਣਕਾਰੀਆਂ ਸਾਂਝੀ ਕਰੋਗੇ। ਇਹ ਤੇ ਹੈਗੀ ਹੈ ਪੋਜ਼ਿਟਿਵ ਫੀਡਬੈਕ। ਹੁਣ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਨੈਗੇਟਿਵ ਫੀਡਬੈਕ ਬਾਰੇ। ਉਸ ਦੀ ਪਹਿਲੀ ਉਦਾਹਰਨ ਇਹ ਹੈ ਕਿ ਤੁਸੀਂ ਲਗਾਤਾਰ ਮਹਿਮਾਨਾਂ ਨਾਲ ਗੱਲ ਕਰਦੇ ਸਮੇਂ ਮੁਸਕਰਾਉਣਾ ਭੁੱਲ ਰਹੇ ਸੀ। ਇਹ ਹੈਗੀ ਹੈ ਨੈਗੇਟਿਵ ਫੀਡਬੈਕ। ਜੋ ਤੁਹਾਨੂੰ ਅਬਜ਼ਰਵ ਕਰ ਰਿਹਾ, ਉਹ ਤੁਹਾਡੇ ਕੰਮ ਦੇ ਪ੍ਰਤੀ ਤੁਹਾਨੂੰ ਪ੍ਰਤੀਕਿਰਿਆ ਦਿੰਦਾ ਵਾ ਕਿ ਤੁਹਾਡਾ ਕੰਮ ਸਹੀ ਹੈ ਜਾਂ ਨਹੀਂ। ਫਿਰ ਸੈਕੰਡ ਐਗਜ਼ਾਮਪਲ ਵੀ ਇਹਦੀ ਹੈਗੀ, ਤੁਸੀਂ ਬਹੁਤ ਹੀ ਜ਼ਿਆਦਾ ਵਕਤ ਲਿਆ ਹੈ ਈਮੇਲ ਦਾ ਜਵਾਬ ਦੇਣ ਵਿੱਚ, ਕਿ ਤੁਸੀਂ ਹਮੇਸ਼ਾ ਹੀ ਇੰਨੇ ਵਿਅਸਤ ਰਹਿੰਦੇ ਹੋ। ਇਹ ਵੀ ਨੈਗੇਟਿਵ ਫੀਡਬੈਕ ਦੇ ਵਿੱਚ ਆਉਂਦਾ। ਫਿਰ ਹੈਗੀ ਨੋ ਫੀਡਬੈਕ। ਆਪਣੇ ਆਪ ਵਿੱਚ ਵੀ ਇਹ ਇੱਕ ਪ੍ਰਤੀਪੁਸ਼ਟੀ ਹੈ ਕਿ ਜੋ ਵਿਚਾਰਾਂ ਦੀ ਅਸਹਿਮਤੀ ਨੂੰ ਦਰਸਾਉਂਦੀ ਹੈ। ਚੰਗਾ ਫੀਡਬੈਕ ਜਾਂ ਪ੍ਰਤੀਪੁਸ਼ਟੀ ਇਸ ਤਰ੍ਹਾਂ ਹੈ ਕਿ ਜਿਵੇਂ ਕਿ ਖਾਸ ਆਮ ਟਿੱਪਣੀਆਂ ਤੋਂ ਬਚੋ, ਉਸ ਦੀਆਂ ਉਦਾਹਰਨਾਂ ਨੂੰ ਸ਼ਾਮਿਲ ਕਰੋ ਜਿਸ ਨਾਲ ਤੁਹਾਡੇ ਬਿਆਨ ਸਪਸ਼ਟ ਹੋਣ,
ਸਲਾਹਾਂ ਦੇਣ ਨਾਲੋਂ ਵਧੀਆ ਹੈ ਕਿ ਵਿਕਲਪ ਪੇਸ਼ ਕਰੋ ਤਾਂ ਜੋ ਸੁਨੇਹਾ ਪ੍ਰਾਪਤ ਕਰਨ ਵਾਲਾ ਤੁਹਾਡੀ ਪ੍ਰਤੀਪੁਸ਼ਟੀ ਬਾਰੇ ਵਿਚਾਰ ਕਰੇ। ਸਮਾਬੰਧ ਲੰਮੇ ਸਮੇਂ ਤੱਕ ਦੀ ਪ੍ਰਤੀਪੁਸ਼ਟੀ ਆਪਣਾ ਅਸਰ ਖੋ ਦਿੰਦੀ ਹੈ। ਹਲੀਮੀ ਪ੍ਰਤੀਪੁਸ਼ਟੀ ਨੂੰ ਸਾਂਝਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੁਨੇਹਾ ਪ੍ਰਾਪਤ ਕਰਨ ਵਾਲਾ ਪ੍ਰਤੀਪੁਸ਼ਟੀ ਦੀ ਭਾਸ਼ਾ ਦੁਆਰਾ ਨਾਰਾਜ਼ਗੀ ਤਾਂ ਨਹੀਂ ਮਹਿਸੂਸ ਕਰੇ ਜਾਂ ਕਰਦਾ ਪਿਆ। ਫਿਰ ਅੱਗੇ ਆ ਗਿਆ ਬੇਟਾ ਪ੍ਰਤੀਪੁਸ਼ਟੀ ਦੀ ਮਹੱਤਤਾ, ਇੰਪੋਰਟੈਂਸ ਆਫ ਫੀਡਬੈਕ। ਸੰਚਾਰ ਦੀ ਪ੍ਰਕਿਰਿਆ ਵਿੱਚ ਪ੍ਰਤੀਪੁਸ਼ਟੀ ਇੱਕ ਆਖਰੀ ਅਤੇ ਮਹੱਤਵਪੂਰਨ ਤੱਤ ਹੈ। ਪ੍ਰਤੀਪੁਸ਼ਟੀ ਸੁਨੇਹਾ ਪ੍ਰਾਪਤ ਕਰਨ ਵਾਲੇ ਦਾ ਜਵਾਬ ਹੈ ਜੋ ਕਿ ਸੁਨੇਹਾ ਭੇਜਣ ਵਾਲੇ ਨੂੰ ਦਿੰਦਾ ਹੈ। ਕੁਝ ਕਾਰਨਾਂ ਵੱਲ ਵੇਖਦੇ ਹਾਂ ਕਿਉਂ ਪ੍ਰਤੀਪੁਸ਼ਟੀ ਜ਼ਰੂਰੀ ਹੈ, ਜਿਵੇਂ ਕਿ ਪ੍ਰੇਰਿਤ ਕਰਦਾ, ਇਟ ਮੋਟੀਵੇਟਸ। ਪ੍ਰਤੀਪੁਸ਼ਟੀ ਲੋਕਾਂ ਨੂੰ ਬਿਹਤਰ ਕੰਮ ਸੰਬੰਧਾਂ ਨੂੰ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਚੰਗਾ ਕੰਮ ਕਰਨ ਲਈ ਸਰਾਹਨਾ ਕਰਦਾ ਹੈ, ਜਿਹਦੇ ਨਾਲ ਕਿ ਹਰ ਕੋਈ ਮੋਟੀਵੇਟਡ ਹੁੰਦਾ ਤੇ ਆਪਣੇ ਕੰਮ ਪ੍ਰਤੀ ਜ਼ਿਆਦਾ ਲਗਨ ਨਾਲ ਕਰਦਾ ਵਾ। ਕਾਰਜਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ, ਜਿਵੇਂ ਪ੍ਰਤੀਪੁਸ਼ਟੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਤੇ ਇਸ ਨੂੰ ਵਧਾਉਣ ਲਈ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਇਹ ਸਿੱਖਣ ਨੂੰ ਉਤਸ਼ਾਹਿਤ ਕਰਦਾ ਹੈ, ਜਿਵੇਂ ਕਿ ਪ੍ਰਤੀਪੁਸ਼ਟੀ ਬਿਹਤਰ ਯੋਜਨਾ, ਟੀਚਿਆਂ ਤੇ ਕੇਂਦਰਿਤ ਰਹਿਣ ਅਤੇ ਬਿਹਤਰ ਉਤਪਾਦਾਂ ਦਾ ਵਿਕਾਸ ਕਰਨ ਲਈ ਜ਼ਰੂਰੀ ਹੈ। ਪ੍ਰਤੀਪੁਸ਼ਟੀ ਕਿਉਂ ਜ਼ਰੂਰੀ ਹੈ? ਵਾਈ ਫੀਡਬੈਕ ਇਜ਼ ਇੰਪੋਰਟੈਂਟ? ਪ੍ਰਤੀਪੁਸ਼ਟੀ ਸਾਰੇ ਕੰਮਾਂ ਕਾਜਾਂ ਵਾਲੀ ਜਗ੍ਹਾ ਲਈ ਜ਼ਰੂਰੀ ਹੈ। ਅਸੀਂ ਇਸ ਵਿੱਚ ਕੀ ਬਦਲਾਵ ਕਰੀਏ ਕਿ ਵਧੀਆ ਨਤੀਜੇ ਆਉਣ, ਟੀਚੇ ਵੱਲ ਤਰੱਕੀ ਦੀ ਦਰ, ਰਿਸ਼ਤੇ ਸੁਧਾਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ, ਅਸੀਂ ਵਧੀਆ ਕਿਵੇਂ ਕਰ ਸਕਦੇ ਹਾਂ, ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ ਜਾਂ ਉਹ ਸਾਡੀ ਕਦਰ ਕਿਵੇਂ ਕਰਦੇ ਹਨ, ਇੱਕ ਟੀਚੇ ਦੇ ਲਈ ਸਾਡਾ ਪ੍ਰਦਰਸ਼ਨ ਦਾ ਪੱਧਰ। ਪ੍ਰਤੀਪੁਸ਼ਟੀ ਸੰਚਾਰ ਮੌਖਿਕ ਸੰਚਾਰ ਦੇ ਸਫਲਤਾ ਦੇ ਸਿਧਾਂਤ, ਪ੍ਰਿੰਸੀਪਲ ਆਫ ਸਕਸੈਸਫੁਲ ਓਰਲ ਕਮਿਊਨੀਕੇਸ਼ਨਸ। ਕਲੈਰਿਟੀ ਆਫ ਐਕਸਪ੍ਰੈਸ਼ਨ, ਹਾਵ ਭਾਵ ਦੀ ਸ਼ੁੱਧਤਾ, ਕਿ ਜਦੋਂ ਅਸੀਂ ਇੰਪ੍ਰੈਸ਼ਨ ਦਿੰਦੇ ਹਾਂ ਕਿ ਉਹ ਬਿਲਕੁਲ ਸਾਫ਼ ਸੁਥਰੇ ਅਗਲੇ ਬੰਦੇ ਨੂੰ ਕਲੀਅਰ ਹੋ ਜਾਣ ਜਾਂ ਉਹ ਸਾਡੀ ਗੱਲ ਨੂੰ ਜਲਦੀ ਤਰੀਕੇ ਨਾਲ ਸਮਝ ਸਕੇ। ਦੋ ਪੱਖੀ ਪ੍ਰਕਿਰਿਆ ਨਾਲ ਸੰਚਾਰ ਕਰਨਾ, ਜਿਵੇਂ ਅਸੀਂ ਸੰਚਾਰ ਕਰਦੇ ਹਾਂ ਇੱਕ ਦੂਸਰੇ ਨਾਲ ਮੂੰਹੋਂ ਬੋਲ ਕੇ, ਜੋ ਆਪਾਂ ਆਪਣੀ ਗੱਲ ਕਰ ਰਹੇ ਹਾਂ ਜੇ ਉਸ ਨੂੰ ਕੋਈ ਆਬਜੈਕਸ਼ਨ ਹੈ ਤਾਂ ਸਾਡੇ ਮੂੰਹ ਤੇ ਉਹ ਕਹਿ ਸਕਦਾ, ਇਸ ਨੂੰ ਦੋ ਪੱਖੀ ਕਹਿੰਦੇ ਹਾਂ। ਜਾਂ ਜੇਕਰ ਆਪਾਂ ਫੋਨ ਤੇ ਗੱਲ ਕਰ ਰਹੇ ਹਾਂ ਤੇ ਦੋਨੇ ਜਿਹਨੇ ਟੂ ਵੇ ਕਮਿਊਨੀਕੇਸ਼ਨ ਹੋ ਰਹੀ ਹੈ। ਸਰੋਤਿਆਂ ਦੀ ਦਿਲਚਸਪੀ ਪੈਦਾ ਕਰਨ ਲਈ ਵਿਸ਼ਵਾਸ ਪੈਦਾ ਕਰਨਾ, ਆਸਾਨ ਪ੍ਰਵਾਹ ਅਤੇ ਓਵਰਲੋਡ ਸੰਚਾਰ ਤੋਂ ਪਰਹੇਜ਼ ਕਰਨਾ। ਫੀਡਬੈਕ ਕਮਿਊਨੀਕੇਸ਼ਨ, ਇੰਪੋਰਟੈਂਸ ਆਫ ਫੀਡਬੈਕ ਇਨ ਕਮਿਊਨੀਕੇਸ਼ਨ। ਸਮੱਸਿਆ ਦੇ ਆਧਾਰ ਤੇ ਹੱਲ ਕਰਨਾ, ਲੋਕਤੰਤਰਿਕ ਪਹੁੰਚ, ਪ੍ਰਭਾਵਸ਼ਾਲੀ ਸੰਚਾਰ, ਪਛਾਣ ਸੁਧਾਰ ਖੇਤਰ, ਵਧੀਆ ਸਮਝ, ਵਧੀਆ ਤਾਲਮੇਲ। ਫਿਰ ਫੀਡਬੈਕ ਕਮਿਊਨੀਕੇਸ਼ਨ, ਇੰਪੋਰਟੈਂਸ ਆਫ ਫੀਡਬੈਕ। ਇਹਦੇ ਵਿੱਚ ਬੇਟਾ ਉਹੀ ਗੱਲ ਹੋ ਰਹੀ ਹੈ ਕਿ ਸੈਂਡਰ ਜੋ ਆਪਣੀ ਗੱਲ ਰਿਸੀਵਰ ਨੂੰ ਦੇਣਾ ਚਾਹੁੰਦਾ ਵਾ, ਜਿਵੇਂ ਮੈਂ ਕੋਈ ਗੱਲ ਆਪਣੀ ਕਿਸੇ ਨੂੰ ਦੇਣੀ ਹੈ ਤਾਂ ਉਹ ਮੇਰੀ ਗੱਲ ਨੂੰ ਪਿਓਰ ਕਲੀਅਰਫਾਈ ਸਮਝ ਸਕੇ ਤੇ ਉਸ ਦਾ ਹੀ ਉਸੇ ਹੀ ਰੂਪ ਦੇ ਵਿੱਚ ਫੀਡਬੈਕ ਵੀ ਦੇਵੇ, ਜਿਵੇਂ ਕਿ ਫੈਕਟਰ ਅਫੈਕਟਿੰਗ, ਸੈਂਡਰ ਟਰਾਂਸਮਿਟਿੰਗ, ਰਿਸੀਵਰ ਰਿਸੀਵ ਕਰ ਰਿਹਾ। ਪਰਸਨੈਲਿਟੀ ਐਂਡ ਐਟੀਟਿਊਡ, ਦੋਨਾਂ ਦੀ ਸਾਰੀਆਂ ਚੀਜ਼ਾਂ ਸੇਮ ਹੋਣੀ ਚਾਹੀਦੀਆਂ, ਉਸ ਵਿੱਚ ਨੌਲੇਜ ਵੀ ਉਨੀ ਹੋਣੀ ਚਾਹੀਦੀ ਹੈ, ਕੈਪੇਬਿਲਿਟੀ ਵੀ ਉਨੀ ਹੋਣੀ ਚਾਹੀਦੀ ਹੈ, mental ability, mental setup and psychology, experience and background, communication skill, knowledge and qualification same ਹੋਣੀ ਚਾਹੀਦੀ ਹੈ ਤਾਂ ਜੋ ਆਦਾਨ ਪ੍ਰਦਾਨ ਜੋ ਸੰਚਾਰ ਦਾ ਬੜੇ ਸੌਖੇ ਢੰਗ ਨਾਲ ਹੋ ਸਕੇ। ਫੀਡਬੈਕ ਨਿੱਜੀ ਅਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹ ਕਰਦਾ ਹੈ। ਫੀਡਬੈਕ ਸੁਣਨ ਬਾਰੇ ਹੈ ਤੇ ਸੁਣੀ ਹੋਈ ਚੀਜ਼ ਦਾ ਵਿਸ਼ਲੇਸ਼ਣ ਕਰਨਾ ਹੈ ਅਤੇ ਵਧੀਆ ਅਤੇ ਸੰਭਵ ਹੱਲ ਬਾਰੇ ਸੋਚਣਾ ਹੈ ਅਤੇ ਇਹ ਦੇਖਣਾ ਹੈ ਕਿ ਹਰ ਕੋਈ ਆਪਣੇ ਨਤੀਜਿਆਂ ਨੂੰ ਸੁਧਾਰਨ ਲਈ ਕੀ ਬਦਲਾਅ ਕਰ ਸਕਦਾ ਹੈ। ਕਮਿਊਨੀਕੇਸ਼ਨ ਇਜ਼ ਨੈਚੁਰਲ, ਸੰਚਾਰ ਕੁਦਰਤੀ ਹੈ। ਜੇ ਰੱਬ ਸਾਨੂੰ ਦੂਜੇ ਨਾਲ ਗੱਲਬਾਤ ਕਰਨ ਲਈ ਨਾ ਇਰਾਦਾ ਰੱਖਦਾ ਤਾਂ ਅਸੀਂ ਕੰਨ, ਅੱਖਾਂ ਜਾਂ ਭਾਸ਼ਾਵਾਂ ਤੋਂ ਬਗੈਰ ਬਣਾਏ ਹੁੰਦੇ, ਸਾਡੀਆਂ ਉਂਗਲਾਂ ਕੁਝ ਵੀ ਮਹਿਸੂਸ ਕਰਨ ਦੇ ਯੋਗ ਨਾ ਹੁੰਦੀਆਂ। ਸੋ ਕਮਿਊਨੀਕੇਸ਼ਨ ਸਾਡੀ ਲਾਈਫ ਦਾ ਪਾਰਟ ਹੈ। ਅਸੀਂ ਸਾਰੇ ਡੇਲੀ ਕੁਝ ਨਾ ਕੁਝ ਇਸ ਦੀ ਵਰਤੋਂ ਕਰਦੇ ਹੀ ਰਹਿੰਦੇ ਹਾਂ। ਸਾਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਦੂਜਿਆਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡਾ ਆਦਰ ਮਾਣ ਤੇ ਸਤਿਕਾਰ ਵੀ ਹੋਵੇ। ਜੇਕਰ ਅਸੀਂ ਕਿਸੇ ਗੱਲ ਨੂੰ ਮਨਾ ਵੀ ਕਰਨਾ ਤਾਂ ਬੜੇ ਹੀ ਆਦਰ ਭਾਵ ਨਾਲ ਸਾਨੂੰ ਉਸ ਦਾ ਮਨਾ ਕਰਨਾ ਚਾਹੀਦਾ ਤਾਂ ਜੋ ਅਗਲੇ ਬੰਦੇ ਦੀ ਰਿਸਪੈਕਟ ਵੀ ਹੋਵੇ ਤੇ ਉਸ ਨਾਲ ਤੁਹਾਡੀ ਰਿਸਪੈਕਟ ਵੀ ਹੁੰਦੀ ਹੈ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।